So now we will see what is rectilinear motion. So this chapter is basically motion of objects which are doing motion in straight line. So rectilinear motion is also another name for the same ਸਰਲ ਰੇਖੀ ਗਤੀ। ਸਰਲ ਰੇਖੀ ਗਤੀ, ਇੱਕ ਸਰਲ ਰੇਖਾ ਵਿੱਚ ਗਤੀ ਕਰਦੀ ਹੋਈ ਵਸਤੂ ਜੇ ਕਰ ਰਹੀ ਆ ਤੇ ਉਹਨੂੰ ਫਿਰ ਆਪਾਂ ਰੈਕਟੀਲੀਨੀਅਰ ਮੋਸ਼ਨ ਕਰਦੇ ਹੋਏ ਕਵਾਂਗੇ ਕਿ ਉਹ ਇੰਗਲਿਸ਼ ਵਿੱਚ ਅਸੀਂ ਇਸ ਤਰ੍ਹਾਂ ਬੋਲਦੇ ਹਾਂ ਉਹਨੂੰ ਰੈਕਟੀਲੀਨੀਅਰ ਮੋਸ਼ਨ। ਸੋ ਨਾਓ ਰੈਕਟੀਲੀਨੀਅਰ ਮੋਸ਼ਨ ਤੋਂ ਭਾਵ ਇਹ ਆ ਕਿ ਇੱਕ ਸਰਲ ਰੇਖਾ ਦੇ ਵਿੱਚ ਜਿਹੜੀ ਕੋਈ ਵਸਤੂ ਆ ਉਹ ਗਤੀ ਕਰਦੀ ਆ, ਉਹ ਕਿਸੇ ਪਾਸੇ ਨੂੰ ਮੋੜ ਨਹੀਂ ਕੱਟਦੀ। So now we'll see what is path length and distance and displacement. So path length, path मैंने ਹੁੰਦਾ ਰਸਤਾ, length मैंने ਹੁੰਦੀ ਆ ਲੰਬਾਈ। So path length, ਮੰਨ ਲਓ ਕਿ ਇੱਕ ਕੋਈ ਵਸਤੂ ਆ, ਸੇ ਮੰਨ ਲਓ ਕਾਰ ਆ ਆਪਣੇ ਕੋਲ, ਉਹ ਕਾਰ ਇੱਥੋਂ ਇੱਕ ਪੁਆਇੰਟ A ਤੋਂ ਜਾਂ ਇੱਕ ਸਿਟੀ ਕੋਈ ਹੈਗੀ ਆ, ਸਿਟੀ ਤੋਂ ਕਿਸੇ ਜਗ੍ਹਾ 'ਤੇ ਕਿਉਂਕਿ ਸਰਲ ਰੇਖਾ ਆ, ਮੈਂ ਸਰਲ ਰੇਖਾ 'ਚ ਹੀ ਬਣਾ ਰਿਹਾ ਵਾਂ, ਉੱਦਾਂ ਟੇਢਾ ਮੇਢਾ ਵੀ ਆਪਾਂ ਬਣਾ ਸਕਦੇ ਸੀ। 20 ਬਿੰਦੂ 'ਤੇ ਉਹ ਕਾਰ ਪਹੁੰਚਦੀ ਆ ਅਤੇ ਮੰਨ ਲਓ ਕਿ ਉਹ T1 ਟਾਈਮ 'ਤੇ ਇੱਥੇ ਸੀ ਅਤੇ T2 ਟਾਈਮ 'ਤੇ ਇੱਥੇ ਪਹੁੰਚ ਗਈ ਆ। ਇਹਦਾ ਪੋਜੀਸ਼ਨ ਜਿਹੜੀ ਸੀ ਉਹ x1 ਸੀ, ਇੱਥੇ ਉਹਦੀ ਪੋਜੀਸ਼ਨ x2 ਹੈਗੀ ਆ ਅਤੇ ਇਹਦਾ ਮਤਲਬ ਉਹਨੂੰ ਟਾਈਮ ਕਿੰਨਾ ਲੱਗਾ, ਉਹਨੂੰ ਟਾਈਮ ਲੱਗਾ T2 - T1 ਡੈਲਟਾ T ਇਜ਼ ਇਕੁਅਲ ਟੂ, ਉਹਦੇ ਟਾਈਮ ਕਿੰਨੀ ਦੂਰ ਗਈ ਉਹ ਡੈਲਟਾ x2 - x1। ਸੋ ਇਸ ਤਰ੍ਹਾਂ ਜਿਹੜਾ ਡਿਸਟੈਂਸ ਉਹਨੇ ਟਰੈਵਲ ਕੀਤਾ, ਪਾਥ ਲੈਂਥ, ਸੋ ਦਿਸ ਇਜ਼ ਪਾਥ ਲੈਂਥ, ਉਹਦੀ ਰਸਤੇ ਦੀ ਲੰਬਾਈ ਕਿੰਨੀ ਆ। ਸੋ ਇਹ ਰਸਤੇ ਦੀ ਲੰਬਾਈ ਹੈਗੀ ਆ, ਇਹਨੂੰ ਅਸੀਂ ਪਾਥ ਲੈਂਥ ਕਹਾਂਗੇ, ਇਹਨੂੰ ਅਸੀਂ ਡਿਸਟੈਂਸ ਵੀ ਕਹਿ ਸਕਦੇ ਹਾਂ, ਡਿਸਟੈਂਸ। ਸੋ ਦਿਸ ਇਜ਼ ਦੂਰੀ, ਦੂਰੀ ਜਾਂ ਪਾਥ ਲੈਂਥ, ਰਸਤੇ ਦੀ ਲੰਬਾਈ। ਹੁਣ ਦੇਖੋ ਅਸਲ ਵਿੱਚ ਰਸਤੇ ਦੀ ਲੰਬਾਈ ਕਿੱਦਾਂ, ਮੰਨ ਲਓ ਕਿ ਕੋਈ ਰਸਤਾ ਇੱਦਾਂ ਦਾ ਹੋ ਸਕਦਾ ਸੀ, ਇੱਦਾਂ ਦਾ ਹੋ ਸਕਦਾ ਸੀ, ਤਾਂ ਇਹਦੇ ਵਿੱਚ ਫਿਰ ਜੇ ਰਸਤੇ ਦੀ ਲੰਬਾਈ ਆਪਾਂ ਦੇਖਦੇ ਤਾਂ ਆਹ ਬਿੰਦੂ A ਤੋਂ ਲੈ ਕੇ ਆਹ ਵਾਲੇ ਬਿੰਦੂ A ਤੋਂ ਆਹ ਵਾਲੇ ਬਿੰਦੂ B ਤੱਕ ਰਸਤੇ ਦੀ ਲੰਬਾਈ ਆਪਾਂ ਨਾਪਣ ਲਈ ਕੀ ਕਰਾਂਗੇ, ਇੱਕ ਮੰਨ ਲਓ ਤੁਸੀਂ ਧਾਗਾ ਲਓ, ਧਾਗੇ ਨੂੰ ਇਹ ਰਸਤੇ ਦੇ ਉੱਪਰ ਇੱਦਾਂ ਇੱਦਾਂ ਦੇ ਉੱਪਰ ਰੱਖ ਦਿਓ, ਬਿਲਕੁਲ ਇਹਦੇ ਉੱਪਰ ਫਿੱਟ ਕਰੀ ਜਾਓ, ਇਹਦੇ ਫਿੱਟ ਕਰਦੇ ਇੱਦਾਂ ਜਿਸ ਤਰ੍ਹਾਂ ਦੀ ਜਿੰਨੀ ਵੀ ਉਹਦੀ ਲੰਬਾਈ ਬਣੇਗੀ ਧਾਗੇ ਦੀ, ਤਾਂ ਉਹ ਰਸਤੇ ਦੀ ਲੰਬਾਈ ਹੋਏਗੀ। ਸੋ ਓਬਵੀਅਸਲੀ ਉਹ A ਅਤੇ B ਦੇ ਵਿੱਚ ਜਿਹੜੀ ਆਹ ਵਾਲੀ ਡਿਸਟੈਂਸ ਬਣਿਆ, ਆਹ ਵਾਲਾ ਸਿੱਧੀ ਲਕੀਰ ਵਾਲਾ, ਆਹ ਵਾਲਾ, ਇਹਦੇ ਨਾਲ ਉਹ ਲੰਬਾ ਹੀ ਹੋਏਗਾ। ਇਹ ਰਸਤਾ, ਆਹ ਜਿਹੜਾ ਰਸਤਾ ਆ ਉਹ ਆਹ ਵਾਲੇ ਰਸਤੇ ਨਾਲੋਂ, ਸਿੱਧੇ ਰਸਤੇ ਨਾਲੋਂ ਲੰਬਾ ਹੀ ਹੋਣਾ ਆ। ਪਰ ਕਿਉਂਕਿ ਅਸੀਂ ਇੱਥੇ ਗੱਲ ਹੀ ਨਹੀਂ ਕਰਦੇ ਪਏ, ਆਹ ਵਾਲੇ ਰਸਤੇ ਦੀ ਗੱਲ ਹੀ ਨਹੀਂ ਕਰਦੇ ਪਏ, ਆਪਾਂ ਸਿਰਫ ਸਿੱਧੇ ਰਸਤੇ ਦੀ ਗੱਲ ਕਰਦੇ ਪਏ ਹਾਂ, ਇਸ ਕਰਕੇ ਅਸੀਂ ਰਸਤੇ ਦੀ ਜਿਹੜੀ ਲੰਬਾਈ ਦੀ ਗੱਲ ਕੀਤੀ ਸੀ ਉਹ ਡਿਸਟੈਂਸ ਦੀ ਆਹ ਵਾਲੀ ਗੱਲ ਕੀਤੀ ਸੀ। ਬਟ ਆਮ ਪ੍ਰੈਕਟੀਕਲ ਹਾਲਤਾਂ ਦੇ ਵਿੱਚ ਅਸੀਂ ਇੱਦਾਂ ਦੀ ਗੱਲ ਕਰ ਸਕਦੇ ਹਾਂ ਕਿ ਰਸਤੇ ਇੱਦਾਂ ਦੇ ਹੋ ਸਕਦੇ ਆ, ਸਾਡਾ ਰਸਤਾ ਇੱਦਾਂ ਦਾ ਵੀ ਹੋ ਸਕਦਾ ਸੀ, ਇੱਦਾਂ ਕਰਕੇ ਵੀ ਹੋ ਸਕਦਾ ਸੀ। ਸੋ ਅਸੀਂ ਇੱਥੋਂ ਲੈ ਕੇ ਇੱਥੋਂ ਤੱਕ ਪਹੁੰਚੇ ਹਾਂ, ਬਟ ਉਹ ਰਸਤੇ ਦੀ ਲੰਬਾਈ ਇੱਦਾਂ ਵੀ ਹੋ ਸਕਦੀ ਸੀ। ਸੋ ਇਹਦਾ ਮਤਲਬ ਹੈ ਕਿ ਰਸਤੇ ਦੀ ਲੰਬਾਈ ਆਹ ਵਾਲੀ ਆ, ਜਿਹੜਾ ਰਸਤਾ ਆ ਜਿੱਦਾਂ ਦਾ ਬਲੇਵੇਂ ਦਾ ਰਸਤਾ ਆ, ਬਲ ਪੈ ਗਏ ਰਸਤੇ 'ਚ, ਸੋ ਇਹਦੇ ਵਿੱਚ ਵੱਕਰੀ ਰਸਤਾ ਆ, ਇਹਦੇ ਤੋਂ ਅਸੀਂ ਰਸਤੇ ਦੀ ਲੰਬਾਈ ਨਾਪਣ ਲਈ ਇਹ ਸਾਰੇ ਰਸਤੇ ਨੂੰ ਕਿੰਨਾ ਲੰਬਾ ਹੈ ਨਾਪਾਂਗੇ। ਪਰ ਜੇ ਹੁਣ ਰਸਤੇ ਦੀ ਲੰਬਾਈ ਤੋਂ ਇਲਾਵਾ ਆਪਾਂ ਇੱਕ ਹੋਰ ਗੱਲ ਕਰਦੇ ਜਿਹੜੀ ਕਿ ਆਪਾਂ ਪ੍ਰੈਕਟੀਕਲੀ ਨਹੀਂ ਵੀ ਕੀਤੀ, ਮਤਲਬ ਕਿ ਆਪਾਂ ਆਹ ਵਾਲੀ A ਬਿੰਦੂ ਤੋਂ B ਬਿੰਦੂ ਤੱਕ ਇਸ ਰਸਤੇ 'ਤੇ ਚੱਲ ਕੇ ਗਏ, ਇੱਥੇ ਦਾ ਰਸਤਾ ਹੀ ਨਹੀਂ ਹੈਗਾ, A ਤੋਂ B ਸਿੱਧਾ ਜਾਣ ਦਾ ਰਸਤਾ ਹੀ ਨਹੀਂ ਹੈਗਾ ਮੰਨ ਲਓ। ਸੋ ਦੇਰ ਇਜ਼ ਨੋ ਪਾਥ, ਇੱਥੇ ਕੋਈ ਸੜਕ ਹੀ ਨਹੀਂ ਬਣੀ ਹੋਈ, ਪਰ ਅਸੀਂ ਫਿਜ਼ਿਕਸ ਦੇ ਪੁਆਇੰਟ ਆਫ ਵਿਊ ਨਾਲ ਇਸ ਚੀਜ਼ ਨੂੰ ਡਿਸਪਲੇਸਮੈਂਟ ਕਹਿੰਦੇ ਹਾਂ। ਡਿਸਪਲੇਸਮੈਂਟ ਵਿਸਥਾਪਨ, ਇਹਨੂੰ ਅਸੀਂ ਵਿਸਥਾਪਨ ਕਹਿੰਦੇ ਹਾਂ, ਡਿਸਪਲੇਸਮੈਂਟ, ਕਿ A ਬਿੰਦੂ ਤੋਂ B ਬਿੰਦੂ ਤੱਕ ਸਿੱਧੀ ਰੇਖਾ ਦੇ ਵਿੱਚ ਕਿੰਨੀ ਦੂਰੀ ਜਿਹੜੀ ਆ ਉਹ ਨਾਪੀ ਗਈ, ਉਹਨੂੰ ਅਸੀਂ ਵਿਸਥਾਪਨ ਕਹਿੰਦੇ ਹਾਂ, ਡਿਸਪਲੇਸਮੈਂਟ ਕਹਿੰਦੇ ਹਾਂ। ਪਰ ਰਸਤਾ ਜਿਹੜਾ ਹੈਗਾ ਉਹ ਟੇਢਾ ਮੇਢਾ ਵੀ ਹੋ ਸਕਦਾ ਸੀ, ਕਿਉਂਕਿ ਅਸੀਂ ਟੇਢੇ ਮੇਢੇ ਰਸਤੇ ਦੀ ਗੱਲ ਹਾਲੇ ਨਹੀਂ ਕਰਦੇ ਪਏ ਇਸ ਚੈਪਟਰ ਦੇ ਵਿੱਚ, ਇੱਥੇ ਅਸੀਂ ਸਿਰਫ ਸਟ੍ਰੇਟ ਰਸਤੇ ਦੀ ਗੱਲ, ਰੈਕਟੀਲੀਨੀਅਰ ਮੋਸ਼ਨ ਦੀ ਗੱਲ ਕਰਦੇ ਹਾਂ। ਇਸ ਕਰਕੇ ਅਸੀਂ ਜੇ ਕਿਸੇ ਬਿੰਦੂ A ਤੋਂ B ਬਿੰਦੂ ਤੱਕ ਪਹੁੰਚਦੇ ਪਏ ਹਾਂ ਅਤੇ ਉਸ ਵੇਲੇ ਸਾਡਾ ਡਿਸਟੈਂਸ ਜਿਹੜੀ ਦੂਰੀ ਆ, ਪਾਥ ਲੈਂਥ ਅਤੇ ਡਿਸਪਲੇਸਮੈਂਟ, ਇਹ ਸਾਰਿਆਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ ਹੈਗਾ। ਸੋ ਡਿਸਪਲੇਸਮੈਂਟ ਵੀ ਓਨੀ ਹੋਈ ਆ, ਡਿਸਟੈਂਸ ਵੀ ਓਨਾ ਹੀ ਆ, ਪਾਥ ਲੈਂਥ ਵੀ ਓਨਾ ਹੀ ਆ। ਸੋ ਕਿੰਨਾ ਆ ਆਹ ਵਾਲਾ, ਇਹਨੂੰ ਅਸੀਂ ਸਟ੍ਰੇਟ ਲਾਈਨ ਵਿੱਚ ਹੈਗਾ, ਸੋ ਦੇਅਰਫੋਰ ਰਸਤੇ ਦੀ ਦੂਰੀ ਵੀ ਓਨੀ ਆ, ਇਕੱਲੀ ਦੂਰੀ ਕਹਿ ਲਓ, ਰਸਤੇ ਦੀ ਦੂਰੀ ਕਹਿ ਲਓ, ਅਤੇ ਵਿਸਥਾਪਨ ਵੀ ਓਨਾ ਹੀ ਹੈਗਾ ਆ A ਤੋਂ ਲੈ ਕੇ B ਤੱਕ।
सो ये वाली गल दा आपां इत्थे ध्यान देना हैगा कि डिस्टेंस की हुंदा वा। डिस्टेंस नूं जे असीं मोटे तौर ते वधिया तौर ते सही ढंग नाल समझना होवे तां डिस्टेंस असल विच रस्ते दी लंबाई आ। रस्ता तुसीं जे आम घरां विच जदों तुसीं सड़कां ते जाने आ, गलियां मुहल्लियां 'च घुंमदे आ, तां उस वेले जिहड़ा रस्ता हुंदा वा ओह टेढ़ा मेढ़ा हो सकदा। गलियां टेढ़ियां मेढ़ियां गोल गलाई लियां मोड़ कट्टण वालियां इदां दियां हो सकदियां वा, पर इस चैप्टर विच असीं गल नहीं करदे पए, इसलिए असीं साडा रस्ते दी लंबाई सीधी होई आ। इस करके असीं जिहड़ी पाथ लैंथ आ ते जिहड़ा डिसप्लेसमेंट आ ओह बराबर आ रिहा इस जगह ते। अदरवाइज़ इस जगह ते तुहानूं बिल्कुल क्लीयरली दिखदा पिया कि जे रस्ता इदां दा हुंदा गोल गोल जिहा टेढ़ा मेढ़ा जिहा, तां फिर जिहड़ा डिसप्लेसमेंट होना सी ए तो लैके बी तक सरल रेखा विच सिੱਧੀ रेखा दे विच दूरी, ਇਹਦਾ मतलब डिसप्लेसमेंट ਦੀ ਹੁਣ ਇੱਥੇ ਇੱਕ ਪਰਿਭਾਸ਼ਾ ਆਪਾਂ ਜੇ ਦਈਏ ਤਾਂ डिसप्लेसमेंट ਦੀ ਪਰਿਭਾਸ਼ਾ ਕੀ ਬਣਦੀ ਆ। डिसप्लेसमेंट ਦੀ ਪਰਿਭਾਸ਼ਾ ਇਹ ਬਣਦੀ ਆ ਕਿ ਇੱਕ ਅੰਤਿਮ ਬਿੰਦੂ ਹੁੰਦਾ, ਇੱਕ ਆਰੰਭਕ ਬਿੰਦੂ ਹੁੰਦਾ। ਸੋ ਵਨ ਇਜ਼ ਇਨੀਸ਼ੀਅਲ ਪੁਆਇੰਟ। ਸੋ ਇਨੀਸ਼ੀਅਲ ਪੁਆਇੰਟ, initial point. So this is initial point and this is final point. ਸੋ ਅਸੀਂ ਇੱਕ ਆਰੰਭਕ ਬਿੰਦੂ A ਤੋਂ ਇੱਕ ਅੰਤਮ ਬਿੰਦੂ B ਤੱਕ ਗਏ ਹੈਗੇ ਆ। ਸਰਲ ਰੇਖਾ ਵਿੱਚ ਬੇਸ਼ੱਕ ਸੱਚੀ ਮੁੱਚੀ ਨਹੀਂ ਵੀ ਗਏ ਤਾਂ ਵੀ ਅਸੀਂ ਉਹ ਸਰਲ ਰੇਖਾ ਵਾਲੀ ਰਸਤੇ ਨੂੰ ਹੀ ਮੰਨਾਂਗੇ ਜੇ ਅਸੀਂ ਵਿਸਥਾਪਨ ਦੀ ਗੱਲ ਕਰਨੀ ਆ ਤਾਂ। ਸੋ ਵਿਸਥਾਪਨ ਦੱਸਣ ਲਈ ਅਸੀਂ ਹਮੇਸ਼ਾ ਹੀ ਸਰਲ ਰੇਖਾ ਦੇ ਵਿੱਚ ਵਾਲੀ ਜਿਹੜੀ ਦੂਰੀ ਆ, ਸਭ ਤੋਂ ਛੋਟੀ ਦੂਰੀ ਆ, ਉਹਦੇ ਬਾਰੇ ਹੀ ਅਸੀਂ ਗੱਲ ਕਰਾਂਗੇ। ਅਸੀਂ ਇੱਕ ਬਿੰਦੂ A ਤੋਂ ਇੱਕ ਬਿੰਦੂ B ਵੱਲ ਨੂੰ ਜਾਵਾਂਗੇ, ਸਰਲ ਰੇਖਾ ਦੇ ਵਿੱਚ ਜਾਵਾਂਗੇ। ਇਨੀਸ਼ੀਅਲ ਬਿੰਦੂ ਜਿਹਨੂੰ ਆਰੰਭਕ ਬਿੰਦੂ, ਜਿੱਥੋਂ ਗੱਲ ਸ਼ੁਰੂ ਹੋਈ, ਆਰੰਭ ਹੋਇਆ ਤੋਂ ਅੰਤ ਜਿੱਥੇ ਹੋਇਆ, ਅੰਤਿਮ ਬਿੰਦੂ, ਫਾਈਨਲ ਪੁਆਇੰਟ, ਉਹ ਜਾਣਾ ਕਿੱਦਾਂ ਵਾ? ਅਸੀਂ ਇੱਦਾਂ ਸੱਚੀ ਮੁੱਚੀ ਬੇਸ਼ੱਕ ਗਏ ਜਾਂ ਨਹੀਂ ਗਏ ਉਹਦਾ ਕੋਈ ਮਤਲਬ ਨਹੀਂ, ਪਰ ਜੇ ਡਿਸਪਲੇਸਮੈਂਟ ਦੀ ਗੱਲ ਕਰਦੇ ਪਏ ਹਾਂ, ਡਿਸਪਲੇਸਮੈਂਟ, ਤਾਂ ਫਿਰ ਉਸ ਵੇਲੇ ਆਪਾਂ ਨੂੰ ਇਹ ਹੀ ਦੱਸਣਾ ਪੈਣਾ ਕਿ A ਤੋਂ B ਤੱਕ ਜਿਹੜਾ ਸਿੱਧਾ ਰਸਤਾ ਆ, ਬੇਸ਼ੱਕ ਉੱਥੇ ਉਹ ਰਸਤਾ ਹੋਵੇ ਜਾਂ ਨਾ ਹੋਵੇ, ਤਾਂ ਅਸੀਂ ਉਹਨੂੰ ਡਿਸਪਲੇਸਮੈਂਟ ਕਹਿਣਾ ਆ। ਜਿੱਦਾਂ ਹੁਣ ਆਹ ਵਾਲਾ ਰਸਤਾ ਮੈਂ ਬਣਾਇਆ ਸੀ ਆਹ ਵਾਲੀ ਜਗ੍ਹਾ ਤੇ, ਸੋ A ਤੋਂ ਲੈ ਕੇ B ਤੱਕ, ਸੋ ਇਹ ਵਿਸਥਾਪਨ ਆ, ਡਿਸਪਲੇਸਮੈਂਟ ਆ। ਆਹ ਇਨੀਸ਼ੀਅਲ ਪੁਆਇੰਟ ਆ A, ਆਹ ਫਾਈਨਲ ਪੁਆਇੰਟ ਆ B। ਸੋ ਇਨੀਸ਼ੀਅਲ ਤੋਂ ਲੈ ਕੇ ਫਾਈਨਲ ਪੁਆਇੰਟ ਤੱਕ ਜਿਹੜੀ ਟੋਟਲ ਰਸਤੇ ਦੀ ਲੰਬਾਈ ਆ, ਸਿੱਧੀ ਰੇਖਾ ਵਿੱਚ, ਸਰਲ ਰੇਖਾ ਵਿੱਚ, ਜਿਹੜੀ ਕਿ ਗੋਲ ਨਹੀਂ ਹੈ, ਕਿਸੇ ਢੰਗ ਨਾਲ ਵਕਰੀ ਨਹੀਂ ਹੈ, ਟੇਢੀ ਮੇਢੀ ਨਹੀਂ ਹੈ, ਬਿਲਕੁਲ ਫੁੱਟਾ ਰੱਖ ਕੇ ਸਿੱਧੀ ਬਣਾਈ ਹੋਈ ਲਕੀਰ, ਉਹ ਵਾਲੀ ਲਕੀਰ ਜਿਹੜੀ ਹੈਗੀ ਆ, ਉਹ ਵਾਲੀ ਲਕੀਰ ਦੀ ਜਿਹੜੀ ਦੂਰੀ ਆ ਉਹਨੂੰ ਅਸੀਂ ਵਿਸਥਾਪਨ ਕਹਿਣਾ ਆ। ਬੇਸ਼ੱਕ ਅਸੀਂ ਇਸ ਰਸਤੇ 'ਤੇ ਜਾ ਹੀ ਨਹੀਂ ਸਕੇ, ਬੇਸ਼ੱਕ ਇੱਥੇ ਉਹ ਸੜਕ ਹੈ ਹੀ ਨਹੀਂ, ਫਿਰ ਵੀ ਵਿਸਥਾਪਨ ਇਹਨੂੰ ਹੀ ਕਿਹਾ ਜਾਣਾ ਹੈ। ਹੁਣ ਤੁਸੀਂ ਇਹ ਗੱਲ ਦਾ ਵੀ ਧਿਆਨ ਰੱਖੋ ਕਿ ਮੰਨ ਲਓ ਕਿ ਆਪਾਂ ਇੱਕ ਜਗ੍ਹਾ ਤੋਂ, ਇੱਕ ਬਿੰਦੂ ਤੋਂ ਚੱਲੇ, ਅਸੀਂ ਚੱਲ ਕੇ ਮੰਨ ਲਓ ਕਿ ਅਸੀਂ ਇੱਥੋਂ ਚੱਲਦੇ ਹਾਂ, ਇੱਕ ਬਿੰਦੂ ਤੋਂ ਚੱਲੇ, A ਬਿੰਦੂ ਤੋਂ ਚੱਲੇ, ਅਸੀਂ ਇੱਦਾਂ ਘੁੰਮੇ, ਸੇ ਇੱਦਾਂ ਇੱਧਰ ਆਹ ਰਸਤਾ ਵਾ, ਆਹ ਰਸਤਾ, ਇੱਦਾਂ ਕਰਦੇ ਸੋ ਵੀ ਆਰ ਮੂਵਿੰਗ ਲਾਈਕ ਦਿਸ। ਸੋ ਦਿਸ ਇੱਧਰ ਨੂੰ ਚੱਲ ਗਏ, ਇੱਧਰ ਨੂੰ ਚੱਲ ਗਏ, ਐਂ ਨੂੰ ਚੱਲ ਗਏ, ਐਂ ਨੂੰ ਘੁੰਮਦੇ ਮੁੜ ਕੇ ਫਿਰ ਇੱਥੇ ਵਾਪਸ ਆ ਗਏ। ਸੋ ਮਤਲਬ ਅਸੀਂ ਇੱਦਾਂ ਘੁੰਮਦੇ ਇਹ ਤੋਂ ਇੱਦਾਂ ਰਸਤਿਆਂ 'ਚ ਘੁੰਮਦੇ ਵਾਪਸ ਆ ਗਏ। ਤਾਂ ਕੀ ਹੁਣ ਇੱਥੇ ਵਿਸਥਾਪਨ ਹੋਇਆ ਵਾ। ਸੋ ਇੱਥੇ ਵਿਸਥਾਪਨ ਆਪਾਂ ਇੰਨਾ ਬੜਾ ਆਹ ਇੱਦਾਂ ਘੁੰਮਦੇ ਸੋ ਤੁਸੀਂ ਸਿੰਪਲੀ ਸਮਝ ਲਓ ਵੀ ਤੁਸੀਂ ਆਪਣੇ ਘਰੋਂ ਨਿਕਲੇ ਕਿ ਅੱਧਾ ਪੌਣਾ ਘੰਟਾ ਬਾਜ਼ਾਰ ਬਜ਼ੂਰ ਘੁੰਮ ਕੇ, ਆਲੇ ਦੁਆਲੇ ਘੁੰਮ ਕੇ ਵਾਪਸ ਆ ਗਏ ਘਰੇ, ਤਾਂ ਫਿਰ ਇਹਦਾ ਮਤਲਬ ਤੁਹਾਡਾ ਰਸਤਾ ਜਿਹੜਾ ਹੈਗਾ, ਰਸਤੇ ਦੀ ਲੰਬਾਈ ਤਾਂ ਸਾਰੀ ਬਣੀ, ਜਿੱਥੇ ਤੁਸੀਂ ਗਏ ਹੋ ਸਾਰਾ ਕੁਛ ਹੀ ਨਾਪਣਾ ਪਊਗਾ ਕਿ ਤੁਸੀਂ ਟੋਟਲ ਕਿੰਨੀ ਦੂਰੀ ਤੈਅ ਕੀਤੀ। ਸੋ ਟੋਟਲ ਜਿਹੜਾ ਕੁੱਲ ਜਿਹੜਾ ਰਸਤਾ ਬਣਿਆ, ਸੋ ਰਸਤਾ ਤਾਂ ਹੈਗਾ ਹੀ ਆ, ਤੁਸੀਂ ਰਸਤੇ 'ਤੇ ਤਾਂ ਗਏ ਆ, ਸੜਕਾਂ 'ਤੇ ਘੁੰਮੇ ਫਿਰੇ ਆ, ਉਹ ਸਾਰਾ ਜਿਹੜਾ ਰਸਤਾ ਹੈਗਾ ਉਹ ਤੁਹਾਡੇ ਸਕੂਟਰ, ਮੋਟਰਸਾਈਕਲ, ਕਾਰ ਦੇ ਵਿੱਚ ਨਾਪਿਆ ਜਾਊਗਾ। ਸੋ ਜਿਹੜਾ ਨਾਪਿਆ ਗਿਆ ਉਹ ਕੀ ਆਊਗਾ? ਉਹ ਤੁਹਾਡਾ ਡਿਸਟੈਂਸ ਆਊਗਾ। ਤੁਸੀਂ ਇੰਨਾ ਡਿਸਟੈਂਸ, ਦੂਰੀ ਤੈਅ ਕੀਤੀ, ਇਹਨੂੰ ਇਸ ਦੂਰੀ ਤੈਅ ਕੀਤੀ। ਅਤੇ ਵਿਸਥਾਪਨ ਕਿੰਨਾ ਹੋਇਆ? ਕਿਉਂਕਿ ਤੁਸੀਂ ਜਿੱਥੋਂ ਚੱਲੇ, ਅੰਤਮ ਬਿੰਦੂ, ਅੰਤਮ ਅਤੇ ਆਰੰਭਕ ਬਿੰਦੂ ਸੇਮ ਹੋ ਗਏ, ਇਸ ਕਰਕੇ ਅੰਤਿਮ ਅਤੇ ਆਰੰਭਿਕ ਬਿੰਦੂ ਸੇਮ ਹੋਣ ਕਰਕੇ ਆਪਣਾ ਜਿਹੜਾ ਵਿਸਥਾਪਨ ਆ, ਡਿਸਪਲੇਸਮੈਂਟ ਆ, ਉਹ ਆਪਣੇ ਕੋਲ 0 ਆ ਜਾਊਗਾ। ਸੋ ਕਿਉਂਕਿ ਜਦੋਂ ਇਹਦਾ ਮਤਲਬ ਹੈ ਕਿ ਜੇ ਕੋਈ ਵਸਤੂ ਗੋਲ ਇੱਦਾਂ ਚੱਕਰ 'ਚ ਘੁੰਮਦੀ ਪਈ ਆ, ਤਾਂ ਜਿੱਥੋਂ ਚੱਲਦੀ ਆ ਉੱਥੇ ਵਾਪਸ ਪਹੁੰਚ ਜਾਂਦੀ ਆ, ਤਾਂ ਫਿਰ ਆਪਾਂ ਉਹਨੂੰ ਕਹਿੰਦੇ ਆ ਕਿ ਉਹ ਜਿਹੜੀ ਵਸਤੂ ਆ ਉਹ ਜਿੱਥੋਂ ਚੱਲਦੀ ਆ ਉੱਥੇ ਵਾਪਸ ਪਹੁੰਚ ਜਾਂਦੀ ਆ, ਜਿੱਥੋਂ ਚੱਲਦੀ ਉੱਥੇ, ਇਹਦਾ ਮਤਲਬ ਉਹਦਾ ਵਿਸਥਾਪਨ 0 ਹੋ ਗਿਆ। ਪਰ ਜੇ ਉਹ ਗੋਲ ਘੁੰਮਦੀ ਆ, ਮੰਨ ਲਓ ਇੱਦਾਂ ਘੁੰਮਦੀ ਪਈ ਸੀ, ਆਹ ਉਹਦਾ ਕੇਂਦਰ ਆ,
ਤੇ ਕੇਂਦਰ ਦੇ ਇੱਧਰ ਅੱਧ ਦੇ ਅੱਧ ਹੋ ਗਿਆ ਉਹਦਾ, ਹਨਾ, ਅੱਧਾ ਚੱਕਰ ਹੋ ਗਿਆ, ਅੱਧਾ ਚੱਕਰ। ਤਾਂ ਵਸਤੂ A ਬਿੰਦੂ ਤੋਂ ਲੈ ਕੇ B ਬਿੰਦੂ ਤੱਕ ਪਹੁੰਚੀ। ਜਦੋਂ ਵਸਤੂ A ਬਿੰਦੂ ਤੋਂ ਇਦਾਂ ਘੁੰਮਦੀ B ਬਿੰਦੂ ਤੱਕ ਪਹੁੰਚੀ ਤਾਂ ਉਹਨੇ ਅੱਧਾ ਚੱਕਰ ਤੈਅ ਕਰ ਲਿਆ ਜਿਹਦਾ ਰੇਡੀਅਸ R ਸੀਗਾ। ਤਾਂ ਆ ਉਹਦਾ ਕੇਂਦਰ ਆ। ਤੇ ਉਹਦੀ ਵਿਸਥਾਪਨ ਕਿੰਨਾ? ਵਿਸਥਾਪਨ ਹੋਇਆ AB, ਮਤਲਬ R ਜਮਾ R 2R। ਵਿਸਥਾਪਨ ਕਿੰਨਾ ਹੋਇਆ? ਵਿਸਥਾਪਨ ਇਹ ਹੈ 2R, ਮਤਲਬ ਡਾਇਆਮੀਟਰ ਦੇ ਬਰਾਬਰ, D ਦੇ ਬਰਾਬਰ। ਸੋ D ਜਿਹਨੂੰ ਤੁਸੀਂ ਵਿਆਸ ਕਹਿੰਦੇ ਆ, R ਅਰਧ ਵਿਆਸ ਆ। ਡਿਸਪਲੇਸਮੈਂਟ ਕਿੰਨਾ ਆਇਆ ਆਪਣੇ ਕੋਲ? ਡਿਸਪਲੇਸਮੈਂਟ ਆ ਗਿਆ ਆਪਣੇ ਕੋਲ ਵਿਸਥਾਪਨ 2R ਜਾਂ D। ਪਰ ਜਿਹੜੀ ਆਹ ਰਸਤੇ ਦੀ ਲੰਬਾਈ ਆ ਉਹ ਤਾਂ ਆਹ ਵਾਲੀ ਆਈ, ਜੇ ਮੈਨੂੰ C ਕਹਦਾ ACB। ਸੋ ਰਸਤਾ ਕਿੰਨਾ ਹੈਗਾ? ਰਸਤਾ ਹੈਗਾ ACB ਤੋਂ ਚੱਲਿਆ ਉਹ ACB। ਇਹਦਾ ਮਤਲਬ ਕਿ ਜਿਹੜੀ ਰਸਤੇ ਦੀ ਲੰਬਾਈ ਆ ਉਹ ACB ਹੈਗੀ ਆ, ਕਿਉਂਕਿ ਇਹ ਚੱਕਰ ਸੀ, ਸਰਕਲ ਸੀਗਾ, ਬਿਕੋਜ਼ ਇਟ ਵਾਜ਼ ਸਰਕਲ। ਸਰਕਲ ਦਾ ਤੁਹਾਨੂੰ ਪਤਾ ਪੈਰੀਮੀਟਰ ਜਿਹੜਾ ਹੁੰਦਾ ਵਾ, ਜੇ ਉਹਦਾ ਰੇਡੀਅਸ R ਹੋਵੇ ਤਾਂ ਉਹਦਾ ਜਿਹੜਾ ਪੈਰੀਮੀਟਰ ਸਰਕਮਫਰੈਂਸ ਜਿਹਨੂੰ ਅਸੀਂ ਕਹਿੰਦੇ ਆ 2πr ਹੁੰਦਾ ਵਾ। ਪੂਰਾ ਇੱਥੋਂ ਜੇ ਆਪਾਂ ਇੱਕ ਧਾਗਾ ਲੈ ਕੇ ਇਹਦੇ ਚੱਕਰ ਦੇ ਆਲੇ ਦੁਆਲੇ ਇਦਾਂ ਲਪੇਟੀਏ ਤੇ ਧਾਗੇ ਨੂੰ ਫਿਰ ਖੋਲ ਕੇ ਉਹਦੀ ਲੰਬਾਈ ਨੋਟ ਕਰੀਏ ਵੀ ਕਿੰਨਾ ਲੰਬਾ ਧਾਗਾ ਬਣੂਗਾ, ਤੇ ਉਹ ਧਾਗਾ 2πr ਲੰਬਾ ਬਣੂਗਾ। ਤੇ ਹੁਣ ਇਹ ਵਾਲੇ ਕੇਸ ਦੇ ਵਿੱਚ ਕਿੰਨਾ ਬਣੂਗਾ? ਇਹਦੇ ਵਿੱਚ ਅੱਧਾ ਬਣੂਗਾ, ਕਿਉਂਕਿ ਆਪਾਂ ਇਹਨੂੰ ਅੱਧਾ ਹੀ ਲਿਆ ਹੈਗਾ, ਸਰਕਲ ਨੂੰ ਅੱਧਾ ਲਿਆ ਹੈਗਾ। ਇਹਦਾ ਮਤਲਬ ਧਾਗਾ ਇੱਥੋਂ ਲੈ ਕੇ ਇੱਥੋਂ ਤੱਕ ਹੀ ਲੈਣਾ ਪਊਗਾ, ਇੱਥੋਂ ਲੈ ਕੇ ਇੱਥੋਂ ਤੱਕ। ਇਹਦਾ ਮਤਲਬ ਅੱਧਾ ਮੀਨਸ πr। ਸੋ ਇਹਦਾ ਮਤਲਬ ਜਿਹੜੀ ਦੂਰੀ ਆ ਉਹ ਦੂਰੀ ਕਿੰਨੀ, ਡਿਸਟੈਂਸ ਕਿੰਨਾ ਬਣਿਆ। ਸੋ ਇਹ ਗੱਲ ਬਿਲਕੁਲ ਕਲੀਅਰ ਕਰ ਲੈਣੀ ਕਿ ਡਿਸਟੈਂਸ ਤੇ ਡਿਸਪਲੇਸਮੈਂਟ ਦੇ ਵਿੱਚ ਪ੍ਰੈਕਟੀਕਲੀ ਫਰਕ ਹੈਗਾ ਵਾ। ਪਰ ਕਿਉਂਕਿ ਇਸ ਚੈਪਟਰ ਦਾ ਨਾਮ ਰੈਕਟੀਲੀਨੀਅਰ ਮੋਸ਼ਨ ਇਨ ਸਟ੍ਰੇਟ ਲਾਈਨ ਆ, ਇਸ ਕਰਕੇ ਅਸੀਂ ਨਾ ਤਾਂ ਡਿਸਟੈਂਸ ਦੀ ਇਦਾਂ ਦੀ ਟੇਢੀ ਮੇਢੀ ਸਰਕਲਾਂ ਵਾਲੀ ਗੱਲ ਨਹੀਂ ਕਰਨੀ, ਅਸੀਂ ਸਟ੍ਰੇਟ ਲਾਈਨ ਵਿੱਚ ਗੱਲ ਰੱਖਣੀ ਆ। ਅਸੀਂ ਸਾਰੀਆਂ ਮੋਸ਼ਨ ਇਦਾਂ ਦੀਆਂ ਕਰਨੀਆਂ ਕਿ ਸਿੱਧੇ ਹੀ ਗਏ ਬਸ। ਫਿਰ ਉਸ ਜੇ ਮੰਨ ਲਓ ਵਾਪਸ ਵੀ ਆਉਣਾ ਤਾਂ ਸਿੱਧੇ ਹੀ ਵਾਪਸ ਆਏ, ਉੱਥੋਂ ਹੀ ਵਾਪਸ ਆ ਗਏ, ਉੱਥੇ ਹੀ ਗਏ, ਉੱਥੇ ਹੀ ਵਾਪਸ ਆਏ। ਸੋ ਅਸੀਂ ਇਹੀ ਰਸਤਾ ਰੱਖਣਾ ਵਾ। ਅਸੀਂ ਇਦਾਂ ਦਾ ਕੋਈ ਰਸਤਾ ਨਹੀਂ ਲੈਣਾ। ਅਸੀਂ ਇਹੋ ਜਿਹੇ ਕਿਸੇ ਰਸਤੇ ਦੀ ਗੱਲ ਕਰਨੀ ਹੋਈ ਨਹੀਂ ਫਿਲਹਾਲ। ਨੈਕਸਟ ਚੈਪਟਰਸ ਦੇ ਵਿੱਚ, ਅਗਲੇ ਚੈਪਟਰਸ ਦੇ ਵਿੱਚ ਅਸੀਂ ਇਦਾਂ ਦੀਆਂ ਗੱਲਾਂ ਕਰਾਂਗੇ ਜਿੱਥੇ ਸਾਡੇ ਜਿਹੜੇ ਰਸਤੇ ਆ ਉਹ ਪਲੇਨ ਵਿੱਚ ਹੋਣਗੇ, ਇਕੱਲੇ ਐਕਸ ਐਕਸਿਸ ਜਾਂ ਇਕੱਲੇ ਵਾਈ ਐਕਸਿਸ ਤੇ ਨਹੀਂ ਹੋਣਗੇ। ਫਿਲਹਾਲ ਅਸੀਂ ਸਿਰਫ ਐਕਸ ਐਕਸਿਸ ਜਾਂ ਵਾਈ ਐਕਸਿਸ ਦੇ ਰਸਤਿਆਂ ਦੀ ਗੱਲ ਹੀ ਕਰਾਂਗੇ ਕਿ ਕੋਈ ਵਸਤੂ ਜਿਹੜੀ ਹੈਗੀ ਉਹ ਸਿਰਫ ਐਕਸ ਐਕਸਿਸ ਜਾਂ ਸਿਰਫ ਵਾਈ ਐਕਸਿਸ ਜਾਂ ਜ਼ੈਡ ਐਕਸਿਸ ਤੇ ਹੀ ਮੋਸ਼ਨ ਕਰਦੀ ਆ। ਸੋ ਹੁਣ ਆਪਣੇ ਕੋਲ ਜਿਹੜੀ ਗੱਲ ਆ ਜਾਂਦੀ ਆ, ਆਪਾਂ ਇੱਥੇ ਤੱਕ ਹੁਣ ਤੱਕ ਕੀ ਗੱਲਾਂ ਕਰ ਚੁੱਕੇ ਹੈਗੇ ਆ। ਸੋ ਆਪਾਂ ਮੂਲ ਬਿੰਦੂ ਦੀ ਓਰੀਜਨ ਦੀ ਗੱਲ ਕਰ ਚੁੱਕੇ ਹੈਗੇ ਆ ਕਿ ਓਰੀਜਨ ਗੱਲ ਸ਼ੁਰੂ ਕਿੱਥੋਂ ਕਰਨੀ ਆ। ਸੋ ਗੱਲ ਸ਼ੁਰੂ ਕਿੱਥੋਂ ਕਰਨੀ ਆ? ਟਾਈਮ 0 ਤੋਂ ਸ਼ੁਰੂ ਗੱਲ ਕਰਨੀ ਆ, ਪੋਜੀਸ਼ਨ 0 ਤੋਂ ਸ਼ੁਰੂ ਕਰਨੀ। ਦੇਖੋ ਪੋਜੀਸ਼ਨ ਨੂੰ ਵੀ ਸਮਝੋ, ਪੋਜੀਸ਼ਨ ਕੀ ਚੀਜ਼ ਆ। ਪੋਜੀਸ਼ਨ ਆ ਤੁਸੀਂ ਕਿੱਥੇ ਖੜੇ ਆ, ਕਿੰਨੇ ਵਜੇ ਕਿੱਥੇ ਖੜੇ ਆ। ਹੁਣ ਹੋ ਸਕਦਾ ਕਿ ਤੁਸੀਂ 0 ਟਾਈਮ ਤੇ ਨਾ ਖੜੇ ਹੋ, ਅਸਲ ਵਿੱਚ ਉਦੋਂ ਕੁਝ ਵੱਜੇ ਹੋਣ, ਕਿਉਂਕਿ ਘੜੀ ਤੇ 0 ਤਾਂ ਵੱਜਦੇ ਨਹੀਂ ਕਦੀ ਵੀ, ਤੇ ਤੁਸੀਂ ਉਹਨੂੰ T0 ਟਾਈਮ ਮੰਨ ਲੈਂਦੇ ਆ। ਫਿਰ ਤੁਸੀਂ T1 ਟਾਈਮ ਨੋਟ ਕਰ ਸਕਦੇ ਆ, T2 ਵਾਰੀ ਅਲੱਗ-ਅਲੱਗ ਘੜੀਆਂ ਦੇ ਟਾਈਮ ਨੋਟ ਕਰ ਸਕਦੇ ਆ। ਇੱਦਾਂ ਤੁਹਾਡੀ ਉਸ ਵੇਲੇ ਪੋਜੀਸ਼ਨ x0 ਪੋਜੀਸ਼ਨ ਆ, x1 ਪੋਜੀਸ਼ਨ ਆ, x2 ਪੋਜੀਸ਼ਨ ਆ, ਤੁਹਾਡੀਆਂ ਵੱਖਰੀਆਂ ਪੋਜੀਸ਼ਨਸ ਆ। ਫਿਰ ਤੁਹਾਡੀ ਦੂਰੀ ਪਤਾ ਕਰਨ ਲਈ ਆਪਾਂ ਕੀ ਕਰਾਂਗੇ? ਡਿਸਟੈਂਸ ਪਤਾ ਕਰਨ ਲਈ ਆਪਾਂ ਕੀ ਕਰਾਂਗੇ? ਸੋ ਆਪਾਂ ਡਿਸਟੈਂਸ ਪਤਾ ਕਰਨ ਲਈ ਕੀ ਕਰਾਂਗੇ? ਆਪਾਂ ਉਹਨਾਂ ਨੂੰ ਘਟਾਵਾਂਗੇ। ਮੰਨ ਲਓ ਅਸੀਂ x2 - x0 ਕਰਨਾ ਵਾ। ਜੇ ਅਸੀਂ ਟਾਈਮ ਪਤਾ ਕਰਨਾ ਵਾ, ਅਸੀਂ ਕੀ ਕਰਾਂਗੇ? T2 - T0 ਕਰਾਂਗੇ। ਸੋ ਦਿਸ ਵਿਲ ਬੀ ਨੋਨ ਐਜ਼ ਡੈਲਟਾ x ਐਂਡ ਦਿਸ ਵਿਲ ਬੀ ਨੋਨ ਐਜ਼ ਡੈਲਟਾ t। ਜੇ ਲੋੜ ਪਈ ਤਾਂ ਆਪਾਂ ਇਹਨੂੰ ਇਦਾਂ ਵੀ ਲਿਖਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਦੇਖੀਆਂ ਵੀ ਓਰੀਜਨ ਕਿਸੇ ਮੂਲ ਬਿੰਦੂ ਤੋਂ ਇੱਕ ਜਗ੍ਹਾ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਫਿਰ ਉੱਥੋਂ ਅਸੀਂ ਘਟਾ ਕੇ ਦੂਰੀਆਂ ਦਾ ਪਤਾ ਲਾਉਂਦੇ ਹਾਂ। ਸੋ ਇਸ ਤਰ੍ਹਾਂ ਅਸੀਂ ਦੇਖਿਆ। ਫਿਰ ਵੀ ਡਿਸਟੈਂਸ ਕੀ ਆ, ਤੇ ਕਿਉਂਕਿ ਅਸੀਂ ਸਰਲ ਰੇਖਾ ਵਿੱਚ ਹੀ ਮੋਸ਼ਨ ਕਰਦੇ ਪਏ ਹਾਂ, ਇਸ ਕਰਕੇ ਜੇ ਮੈਂ ਇੱਥੋਂ ਮੰਨ ਲਓ ਕਿ x1 ਪੁਆਇੰਟ ਤੋਂ x2 ਪੁਆਇੰਟ ਤੱਕ ਪਹੁੰਚਿਆ ਵਾਂ, ਜਿੱਥੇ ਪੋਜੀਸ਼ਨ x1 ਸੀ, ਪੋਜੀਸ਼ਨ x2 ਸੀ, ਤਾਂ ਫਿਰ ਦੂਰੀ ਕਿੰਨੀ ਸੀ? ਦੂਰੀ ਇੱਥੋਂ ਲੈ ਕੇ ਇੱਥੋਂ ਤੱਕ ਆਹ ਵਾਲੀ ਦੂਰੀ x2 ਘਟਾਓ x1 ਹੋਣੀ ਸੀ। ਸੋ ਇਹਨੂੰ ਅਸੀਂ ਡਿਸਟੈਂਸ ਕਹਿਣਾ ਸੀਗਾ। ਸੋ ਦਿਸ ਇਜ਼ ਡਿਸਟੈਂਸ। ਪਰ ਕਿਉਂਕਿ ਇਹ ਸਟ੍ਰੇਟ ਲਾਈਨ ਮੋਸ਼ਨ ਆ, ਆਰੰਭਕ ਬਿੰਦੂ ਆ, ਅੰਤਮ ਬਿੰਦੂ ਆ, ਇਸ ਕਰਕੇ ਫਿਰ ਡਿਸਪਲੇਸਮੈਂਟ ਦੀ ਵੈਲਿਊ ਵੀ ਇੰਨੀ ਹੀ ਆਣੀ ਆ। ਡਿਸਪਲੇਸਮੈਂਟ ਜਿਹਨੂੰ ਤੁਸੀਂ ਵਿਸਥਾਪਨ ਕਹਿੰਦੇ ਆ। ਸੋ ਡਿਸਟੈਂਸ ਐਂਡ ਡਿਸਪਲੇਸਮੈਂਟ ਬੋਥ ਆਰ ਇਕੁਅਲ ਇਨ ਦਿਸ ਕੇਸ, ਅਦਰਵਾਈਜ਼ ਦੇ ਆਰ ਨੋਟ ਇਕੁਅਲ। ਦੇ ਮੇ ਨੋਟ ਵੀ ਇਕੁਅਲ, ਜ਼ਰੂਰੀ ਨਹੀਂ ਕਿ ਉਹ ਬਰਾਬਰ ਹੋਣ, ਪਰ ਇਸ ਮਾਮਲੇ ਵਿੱਚ ਕਿਉਂਕਿ ਸਰਲ ਰੇਖੀ ਗਤੀ ਆ, ਇਸ ਕਰਕੇ ਇਹ ਬਰਾਬਰ ਹੈਗੇ ਆ। ਹੁਣ ਇਹੀ ਗੱਲ ਆਪਾਂ ਇਹ ਲੈ ਲੈਂਦੇ ਆ ਕਿ ਮੰਨ ਲਓ ਮੈਂ ਇੱਥੇ ਪ੍ਰੈਕਟੀਕਲ ਗੱਲ ਲੈਣਾ ਕਿ ਮੰਨ ਲਓ ਇੱਥੇ ਸਾਡੇ ਨੰਬਰ ਲੱਗਿਆ 0 ਲੱਗਿਆ ਵਾ, 1 ਲੱਗਿਆ ਵਾ, 2 ਲੱਗਿਆ, 3 ਲੱਗਿਆ, 4 ਲੱਗਿਆ, 5 ਲੱਗਿਆ, 6 ਤੇ 7 ਮੰਨ ਲਓ ਲੱਗਿਆ।
ਹੁਣ ਮੰਨ ਲਓ ਇੱਕ ਵਸਤੂ ਆ, ਇੱਕ ਕੋਈ ਮੰਨ ਲਓ ਕਿ ਤੁਸੀਂ ਸੋਚ ਲਓ, ਆਪਣੇ ਬਾਰੇ ਸੋਚ ਲਓ ਵੀ ਤੁਹਾਡਾ ਘਰ ਜਿਹੜਾ ਹੈ ਨਾ, ਕਿਉਂਕਿ ਸਾਡੀ ਜਿਹੜੀ ਸਾਡੀ ਸਾਰੀ ਦੁਨੀਆ ਆ ਉਹ ਸਰਲ ਰੇਖਾ ਦੇ ਉੱਪਰ ਹੈਗੀ ਆ, ਜਿੱਥੇ ਨੰਬਰਿੰਗ ਲੱਗੀ ਆ 0 1 2 3, ਤੇ ਸਾਡਾ ਘਰ ਹੈਗਾ 2 ਵਾਲੇ ਨੰਬਰ ਦੇ ਉੱਤੇ। ਸੋ ਅਸੀਂ ਤੁਹਾਨੂੰ ਤੁਹਾਡੀ ਪੋਜੀਸ਼ਨ ਕੀ ਹੈਗੀ ਆ, ਸੋ ਤੁਹਾਡੀ ਪੋਜੀਸ਼ਨ ਜਿਹੜੀ ਹੈਗੀ ਆ ਉਹ ਕਿਸੇ ਟਾਈਮ 0 ਦੇ ਉੱਪਰ, ਆਪਾਂ ਟਾਈਮ 0 ਮੰਨ ਲੈਂਦੇ ਹਾਂ ਇਹਨੂੰ, t0 ਇਜ਼ ਇਕੁਅਲ ਟੂ ਸਮ ਵੈਲਿਊ ਸੇ 4:25, ਠੀਕ ਆ, ਕਿਸੇ ਵੇਲੇ। ਸੋ ਦੋ ਵਾਲੀ ਪੋਜੀਸ਼ਨ ਤੇ ਤੁਹਾਡਾ ਘਰ ਹੈਗਾ, ਇਸ ਲਈ ਤੁਸੀਂ ਹਮੇਸ਼ਾ ਇੱਥੇ ਰਹਿੰਦੇ ਆ, ਤੇ 4:25 ਤੇ ਕਿਸੇ ਦਿਨ ਤੁਸੀਂ ਇੱਥੋਂ ਨਿਕਲੇ, ਤੇ ਕਿਉਂਕਿ ਸਿੱਧੇ ਹੀ ਜਾਣਾ ਸੀ, ਤੁਸੀਂ ਸਿੱਧੇ ਤੁਰਦੇ ਗਏ, ਤੁਸੀਂ ਤੁਰ ਕੇ ਮੰਨ ਲਓ ਆ 5 ਤੇ ਪਹੁੰਚ ਗਏ। ਜਦੋਂ ਅਸੀਂ 5 ਤੇ ਪਹੁੰਚੇ ਉਦੋਂ ਟਾਈਮ ਤੁਹਾਨੂੰ ਬੀਤ ਗਿਆ ਸੀਗਾ ਮੰਨ ਲਓ 4 ਵੱਜ ਕੇ ਤਾਂ ਮੰਨ ਲਓ ਕਿ 40 ਮਿੰਟ ਹੋ ਗਏ ਸੀਗੇ।